ਦੇਸ਼ ਦੁਨੀਆ 'ਚ ਵਸਦੇ ਪੰਜਾਬੀਆਂ ਨੂੰ ਜੀ ਆਇਆਂ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ ਔਰ ਮੇਰੇ ਨਾਲ ਨੇ ਸੀਨੀਅਰ ਜਰਨਲਿਸਟ ਰਾਜੀਵ ਭਾਸਕਰ। ਭਾਸਕਰ ਸਾਹਿਬ ਜੀ ਆਇਆਂ। ਬਹੁਤ ਬਹੁਤ ਸ਼ੁਕਰੀਆ ਰੰਧਾਵਾ ਜੀ। ਭਾਸਕਰ ਸਾਹਿਬ, ਤੁਸੀਂ ਤਾਂ ਵਾਦੀਆਂ 'ਚੋਂ ਮੁੜ ਆਏ ਹੋ। ਇਧਰਲੇ ਬੰਨੇ ਸਿੱਧੂ ਨੂੰ ਦਿੱਲੀ 'ਚ ਸੱਦ ਲਿਆ। ਦਿੱਲੀ 'ਚ ਵਾਹਵਾ ਤਲਖੀ ਹੈ ਔਰ ਗਰਮੀ ਵੀ ਅੱਜ ਕੱਲ ਹੁਮਸ ਕਾਫੀ ਹੈ। ਦੂਜੇ ਬੰਨੇ ਕੇਜਰੀਵਾਲ ਦਿੱਲੀੋਂ ਪੰਜਾਬ ਦੀ ਰਾਜਧਾਨੀ ਨੂੰ ਮੁੜਦੇ ਆ, ਜਿਹੜੀ ਰਾਜਧਾਨੀ ਪੰਜਾਬ ਦੀ ਹੈ ਹੀ ਨਹੀਂ। ਉਹਦਾ ਪੰਜਾਬ ਭਵਨ ਆਪਣਾ ਕਿੱਥੋਂ ਹੋਣਾ ਹੈ? ਉਹਦੇ ਵਿੱਚ ਅਗਲਿਆਂ ਕਿਹਾ ਕਿ ਨਾ ਬਈ, ਜੇ ਆਉਣਾ ਹੀ ਤਾਂ ਸ਼ਰੀਕਾ ਵਾਂਗਾ, ਇਹ ਨਹੀਂ ਕਿ ਤੂੰ ਪੰਜਾਬ ਭਵਨ ਵੀ ਵਰਤੇ, ਸਰਕਾਰੀ ਸਹੂਲਤਾਂ ਵੀ ਮਾਣੇ ਤੇ ਗੱਲ ਵੀ ਸਾਡੇ ਭਵੇਂ। ਇਹ ਵੀ ਵੱਡਾ ਸਵਾਲ ਆ ਕਿ ਕੇਜਰੀਵਾਲ ਕੱਲ ਨੂੰ ਬਿਜਲੀ ਦੇ ਮੁੱਦੇ ਤੇ ਸਰਕਾਰ ਘੇਰਨਗੇ ਜਾਂ ਹੋਰ ਕਿਹੜੇ ਮੁੱਦਿਆਂ ਤੇ ਆਉਣਗੇ। ਸੱਚੀਓ ਪ੍ਰੈਸ ਕਾਨਫਰੰਸ ਤਗੜੀ ਹੋਣ ਦੀ ਸੰਭਾਵਨਾ ਹੈ, ਕਿਉਂਕਿ ਕੇਜਰੀਵਾਲ ਇੱਕ ਨਵਾਂ ਏਜੰਡਾ ਪੰਜਾਬ ਲਈ ਖੜਾ ਕਰ ਸਕਦੇ ਆ, ਜਿਹੜਾ 18 ਦਿੱਲੀੋਂ ਪਹਿਲਾਂ ਆਇਆ ਸੀ। ਹੁਣ ਇਹ ਦਿੱਲੀੋਂ ਦੂਜੇ ਜਿਹੜੇ ਸਿਪਾ ਸਲਾਰ ਨੇ, ਇਹ ਕੀ ਲਿਆਉਂਦੇ, ਇਹ ਵੀ ਦੇਖਣਾ ਹੋਊਗਾ। ਸੋ ਤੀਜਾ ਮੁੱਦਾ ਭਾਸਕਰ ਸਾਹਿਬ ਮੈਂ ਤੁਹਾਡੇ ਤੇ ਛੱਡਦਾ, ਕਿਹੜਾ ਲੈਣਾ ਦੱਸਿਓ ਜ਼ਰਾ। ਦੇਖੋ, ਪਹਿਲੇ ਤੇ ਦੋ ਮੁੱਦੇ ਜਿਹੜੇ ਤੁਸੀਂ ਦੱਸੇ ਨੇ, ਇਹ ਵੀ ਬੜੇ ਲੌਂਗ ਟਾਈਮ ਤੋਂ ਪੈਂਡਿੰਗ ਵੀ ਚੱਲ ਰਹੇ ਨੇ। ਖਾਸ ਕਰਕੇ ਸਿੱਧੂ ਉਹਨਾਂ ਦਾ ਦਿੱਲੀ ਬੁਲਾਇਆ ਜਾਣਾ। ਤੁਹਾਨੂੰ ਯਾਦ ਹੋਏਗਾ, ਜਦੋਂ ਤੋਂ ਸਿੱਧੂ ਉਹਨਾਂ ਦਾ ਕੈਪਟਨ ਸਾਹਿਬ ਨਾਲ ਰਫੜ ਪਿਆ, ਰਫੜ ਤੇ 2019 ਚ ਹੀ ਪੈ ਗਿਆ ਸੀਗਾ, ਜਦ ਉਹਨਾਂ ਨੂੰ ਲੋਕਲ ਬੋਡੀਜ਼ ਮਿਨਿਸਟਰੀ ਤੋਂ ਲਾਇਆ ਗਿਆ ਸੀਗਾ। ਪਰ 1.5-1.25 ਸਾਲ ਉਹਨਾਂ ਨੇ ਚੁੱਪੀ ਧਾਰੀ। ਚੁੱਪੀ ਏਦਾਂ ਦੀ ਧਾਰੀ ਕਿ ਕੈਪਟਨ ਸਾਹਿਬ ਨੂੰ ਹਮੇਸ਼ਾ ਇੱਕੋ ਹੀ ਡਰ ਲੱਗਦਾ ਸੀਗਾ, ਪਤਾ ਨਹੀਂ ਕਦੋਂ ਇਹ ਚੁੱਪੀ ਤੋੜੇਗਾ। ਹੁਣ ਚੁੱਪੀ ਤੋੜੀ ਤੇ ਏਦਾਂ ਦੀ ਤੋੜੀ ਕਿ ਤੂੰ ਤਲਾਂਗ ਤੇ ਗੱਲ ਆ ਗਈ। ਯਾਨੀ ਸਿੱਧੂ ਉਹਨਾਂ ਨੇ ਜਿਹੜੀ ਪ੍ਰੈਸ ਕਾਨਫਰੰਸ ਪਿੱਛੇ ਸੀਰੀਜ਼ ਆਫ ਪ੍ਰੈਸ ਕਾਨਫਰੰਸ ਕੀਤੀ ਸੀਗੀ, ਉੱਥੇ ਕੈਪਟਨ ਸਾਹਿਬ ਦੇ ਉੱਤੇ ਬਿਲਕੁਲ ਸਿੱਧੇ ਐਲੀਗੇਸ਼ਨ ਲਾਏ। ਜਿਹੜੀ ਗੱਲ ਕਦੀ ਇਸ਼ਾਰਿਆਂ 'ਚ ਹੁੰਦੀ ਸੀਗੀ, ਹੁਣ ਜ਼ਬਾਨ ਤੇ ਸੀਗੀ। 75-25 ਦੀ ਇਸ਼ਾਰਿਆਂ ਦੀ ਗੱਲ ਪਹਿਲੇ ਨਾ ਸਮਝਾਣਾ ਤੇ ਹੁਣ ਏਦਾਂ ਦਾ ਖੋਲ ਕੇ ਸਮਝਾਣਾ ਕਿ ਬਿਲਕੁਲ ਸਭ ਕੁਝ ਖੋਲ ਦੇਣਾ। ਏਦਾਂ ਦੇ ਮਾਹੌਲ ਦੇ ਵਿੱਚ ਇਹ ਲੜਾਈ ਗਲੀ ਮੁਹੱਲੇ ਸੂਬੇ ਦੇ ਵਿੱਚ ਆ ਗਈ ਸੀਗੀ, ਔਰ ਸੂਬੇ ਤੋਂ ਫਿਰ ਇਹ ਦਿੱਲੀ ਵਾਪਸ ਪਹੁੰਚੀ। ਦਿੱਲੀ ਦੇ ਵਿੱਚ 3 ਮੈਂਬਰੀ ਪੈਨਲ ਬੈਠਾ। ਉਹਨਾਂ ਪੈਨਲ ਨੇ 18 ਸੂਤਰੀਆ ਪ੍ਰੋਗਰਾਮ ਉਹ ਕੈਪਟਨ ਸਾਹਿਬ ਦੇ ਬਸਤੇ 'ਚ ਪਾ ਕੇ ਵਾਪਸ ਪੰਜਾਬ ਭੇਜਿਆ। ਉਹਦੇ ਉੱਤੇ ਉਹ ਕੰਮ ਕਰ ਰਹੇ ਨੇ, ਪਰ ਕੰਮ ਕਰ ਰਹੇ ਨੇ ਤਾਂ ਵੀ ਸਿੱਧੂ ਉਹਨਾਂ ਦਾ ਓਬਜੈਕਸ਼ਨ ਉਹਨਾਂ ਮੁੱਦਿਆਂ ਤੇ ਹਜੇ ਵੀ ਜਾਰੀ ਹੈ। ਜਦ ਉਹ ਕਹਿੰਦੇ ਨੇ ਕਿ ਜਿਹੜੇ ਜਗਦੀਸ਼ ਭੋਲੇ ਨੇ ਡਰੱਗ ਮੁੱਦੇ ਦੇ ਉੱਤੇ ਜਾਂ ਹੋਰ ਜਿਹੜੇ ਅਕਿਊਜ਼ ਸੀਗੇ, ਜਦ ਉਹਨਾਂ ਨੇ ਡਰੱਗ ਦੇ ਮੁੱਦੇ ਦੇ ਉੱਤੇ ਮਜੀਠੀਆ ਉਹਨਾਂ ਦਾ ਨਾਂ ਲਿਆ ਸੀਗਾ ਤੇ ਉਹਨਾਂ ਦੇ ਖਿਲਾਫ ਐਕਸ਼ਨ ਕਿਉਂ ਨਹੀਂ ਹੋਇਆ? ਇਸ ਮੁੱਦੇ ਤੇ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਕਈ ਵਾਰ ਜ਼ਿਕਰ ਵੀ ਕਰ ਚੁੱਕੇ ਹਾਂ। ਯਾਨੀ ਕੈਪਟਨ ਸਾਹਿਬ ਕੰਮ ਕਰਨ ਦੀ ਕੋਸ਼ਿਸ਼ ਕਰਦੇ ਨੇ ਤੇ ਪਿੱਛੋਂ ਜਿਹੜੀ ਕੀਤੀ ਹੋਈ ਗਲਤੀਆਂ ਉਹਨਾਂ ਦੀ ਸੀਗੀ, ਉਹ ਉਹਨਾਂ ਦਾ ਪਿੱਛਾ ਨਹੀਂ ਛੱਡ ਰਹੀ, ਕਿਉਂਕਿ ਉਹਨਾਂ ਗਲਤੀਆਂ ਕਰਕੇ ਇੱਕ ਪਰਸੈਪਸ਼ਨ ਕੈਪਟਨ ਸਾਹਿਬ ਦੀ ਬਣ ਰਹੀ ਹੈ ਕਿ ਇਹ ਰਲੇ ਹੋਏ ਨੇ। ਉਹ ਰਲੇ ਹੋਏ ਦਾ ਦਾਗ ਧੋਣਾ ਉਹ ਬੜਾ ਔਖਾ ਜਿਹਾ ਲੱਗ ਰਿਹਾ। ਪਰ ਫਿਲਹਾਲ ਮੈਂ ਭਾਸਕਰ ਸਾਹਿਬ, ਜਦੋਂ ਦਿੱਲੀ 'ਚ ਸਿੱਧੂ ਨੂੰ ਸੱਦਿਆ, ਵੈਸੇ ਸੁਣਿਆ ਤਾਂ ਇਹ ਸੀਗਾ ਕਿ ਅਖੇ 10 ਤਰੀਕ 8 ਤਰੀਕ ਡੈਡਲਾਈਨ ਦਿੱਤੀ ਸੀ, ਜਦੋਂ ਹਰੀਸ਼ ਰਾਵਤ ਔਰ ਜਿਹੜੇ ਖੜਗੇ ਨੇ ਉਹਨਾਂ ਨੇ ਕਿਹਾ ਸੀਗਾ ਕਿ ਅਸੀਂ 8 ਤਰੀਕ ਤੱਕ ਲਗਭਗ ਤੈਅ ਕਰ ਲਾਂਗੇ। ਹੁਣ ਜਦੋਂ ਇਹ ਮਹੀਨਾ ਖਤਮ ਹੋਣ ਤੋਂ ਪਹਿਲਾਂ ਹੀ ਸੱਦ ਲਿਆ ਸਿੱਧੂ ਨੂੰ, ਤੁਹਾਨੂੰ ਲੱਗਦਾ ਹੈ ਕਿ ਕੋਈ ਅਨਾਉਂਸਮੈਂਟ ਵੀ ਆ ਸਕਦੀ ਹੈ, ਜਾਂ ਇਹ ਮਹਿਜ ਸੁਝਾਅ ਮਾਤਰ ਹੋਣਗੇ, ਜਾਂ ਸਲਾਹ ਮਾਤਰ, ਸੁਝਾਅ ਮਾਤਰ ਇਸ ਤਰ੍ਹਾਂ ਹੋਊਗਾ ਵੀ ਸ਼ਾਂਤੀ ਰੱਖ ਲਓ, ਕੋਈ ਨਹੀਂ ਕਰ ਲਾਂਗੇ, ਤੁਸੀਂ ਸਾਡੇ ਹੀ ਹੋ, ਤੁਹਾਡੀ ਐਲੀਵੇਸ਼ਨ ਤਾਂ ਹੈ ਹੀ ਆ, ਤੁਸੀਂ ਅਗਲੇ ਸੀਐਮ ਤਾਂ ਹੋਣਾ ਹੀ ਆ। ਇਹ ਵੀ ਤਾਂ ਕਿਤੇ ਨਿਖਰ ਕੇ ਆਉਂਦੀ ਰਹੀ ਗੱਲ ਕਿ ਆਖਿਰ 2 ਅਹੁਦਿਆਂ 'ਚ ਕੀ ਰੱਖਿਆ ਜੀ, ਦੂਜੇ ਨੰਬਰ ਜਾਂ 1 ਨੰਬਰ 'ਚ ਕੀ ਫਰਕ ਪੈਂਦਾ, ਤੁਸੀਂ ਸਾਡੇ ਲਈ ਅਹਿਮ ਹੋ। ਕੱਲ ਪੁਚਕਾਰ ਲਏ ਜਾਣਗੇ, ਪੁਚਲਾ ਲਏ ਜਾਣਗੇ, ਜਾਂ ਫਿਰ ਖਿਤਾਬ ਜਾਂ ਜਿਹਨੂੰ ਕਹਿੰਦੇ ਹੁੰਦੇ ਆ ਕਿ ਤਾਜ ਸਿਰਜਤੇ ਜਾਣਗੇ। ਏਦਾਂ ਲੱਗਦਾ ਤਾਂ ਨਹੀਂ ਕਿ ਕੱਲ ਉਹ ਤਾਜ ਜਿਹਦਾ ਸਿੱਧੂ ਸਾਹਿਬ ਵੀ ਵੇਟ ਕਰ ਰਹੇ ਨੇ, ਜਾਂ ਜਿਸ ਤਾਜ ਦੀ ਗੱਲ ਅਸੀਂ ਇਸ ਪ੍ਰੋਗਰਾਮ ਦੇ ਰਾਹੀਂ ਕਈ ਵਾਰ ਕਰ ਵੀ ਚੁੱਕੇ ਹਾਂ, ਉਹ ਕੱਲ ਨਵਾਜ਼ਿਆ ਜਾਏਗਾ। ਉਹਦਾ ਕਾਰਨ ਹੈ ਵੀ ਕਿ ਜਿਹੜਾ ਫਾਰਮੂਲਾ ਹਾਈ ਕਮਾਨ ਨੇ ਸਿੱਧੂ ਉਹਨਾਂ ਦੇ ਔਰ ਕੈਪਟਨ ਉਹਨਾਂ ਦੇ ਵਿੱਚ ਇਹ ਪੀਸ ਕ੍ਰੀਏਟ ਕਰਨ ਵਾਸਤੇ ਕੀਤਾ ਹੋਏਗਾ, ਉਹਦਾ ਕੋਈ ਡਿਸਕਸ਼ਨ ਸਿੱਧੂ ਦੇ ਨਾਲ ਹੋਣ ਦੀ ਸੰਭਾਵਨਾ ਹੈਗੀ ਹੈ। ਕਿਉਂਕਿ ਕਈ ਵਾਰ ਇਹ ਗੱਲਾਂ ਸਾਹਮਣੇ ਆਈਆਂ ਹੈ ਕਿ ਸਿੱਧੂ ਉਹਨਾਂ ਨੂੰ ਡਿਪਟੀ ਸੀਐਮ ਦੀ ਪੋਸਟ ਆਫਰ ਕੀਤੀ ਗਈ ਤੇ ਉਹਨਾਂ ਨੇ ਰਿਜੈਕਟ ਕਰਤੀ, ਔਰ ਜਿਸ ਤਰੀਕੇ ਨਾਲ ਕੈਪਟਨ ਸਾਹਿਬ ਦੇ ਨਾਲ ਉਹ ਸਿੱਧੇ ਹੋ ਗਏ ਨੇ ਬਿਲਕੁਲ, ਉਹਦੇ ਹਿਸਾਬ ਨਾਲ ਲੱਗਦਾ ਵੀ ਨਹੀਂ ਕਿ ਕੈਪਟਨ ਸਾਹਿਬ ਸੀਐਮ ਹੋਣ ਔਰ ਸਿੱਧੂ ਡਿਪਟੀ ਸੀਐਮ ਹੋਣ, ਇਹ ਜੋੜੀ ਕੋਈ ਬਹੁਤੀ ਦੇਰ ਚੱਲ ਸਕਦੀ ਹੈ। ਹੁਣ ਗੱਲ ਪੀਪੀਸੀਸੀ ਪ੍ਰਧਾਨਗੀ ਦੀ ਹੋਈ ਸੀਗੀ, ਨਾਲ ਦੇ ਨਾਲ ਬਾਜਵਾ ਉਹਨਾਂ ਦਾ ਸਿੱਧੂ ਉਹਨਾਂ ਨੂੰ ਅਪੋਜ਼ ਕਰਨਾ ਕਿ ਵੀ ਇਹ ਟਕਸਾਲੀ ਨਹੀਂ ਹੈਗੇ, ਹਜੇ 5-5.5 ਸਾਲ ਉਹਨਾਂ ਨੂੰ ਆਏ ਹੋਏ ਨੇ, ਇੰਨੀ ਛੇਤੀ ਪੀਪੀਸੀਸੀ ਦਾ ਪ੍ਰਧਾਨ ਉਹਨਾਂ ਨੂੰ ਬਣਾਇਆ ਨਹੀਂ ਜਾ ਸਕਦਾ। ਪਰ ਸਿੱਧੂ ਉਹਨਾਂ ਦਾ ਜਵਾਬ ਕੈਪਟਨ ਸਾਹਿਬ ਨੂੰ ਇਹ ਦੇਣਾ ਕਿ ਉਹ 2 ਮਹੀਨੇ 3 ਮਹੀਨੇ ਦੇ ਵਿੱਚ ਹੀ ਜਦ ਕਾਂਗਰਸ ਦੇ ਵਿੱਚ ਆਏ ਸੀਗੇ, ਭਾਵੇਂ ਉਹਨਾਂ ਨੂੰ 736 ਵੋਟਾਂ ਮਿਲੀ ਸੀਗੀ, ਉਸ ਤੋਂ ਬਾਅਦ ਵੀ ਉਹਨਾਂ ਨੂੰ ਪ੍ਰਧਾਨ ਬਣਾ ਦਿੱਤਾ ਗਿਆ ਸੀਗਾ। ਇਹ ਸਾਰੀ ਗੱਲਾਂ ਇਸ਼ਾਰਾ ਤੇ ਇਹ ਕਰਦੀ ਹੈ ਕਿ ਵੀ ਕੱਲ ਜਿਹੜਾ ਫਾਰਮੂਲਾ ਹਾਈ ਕਮਾਨ ਨੇ ਤਿਆਰ ਕੀਤਾ ਹੈ,
ਜਿਹੜਾ ਜੀ ਰਾਹੁਲ ਗਾਂਧੀ ਨੇ ਸਾਰੇ ਐਮਐਲਏਜ਼ ਜਾਂ ਕਾਫੀ ਸਾਰੇ ਮੰਤਰੀਆਂ ਦੇ ਨਾਲ ਗੱਲਬਾਤ ਕਰਕੇ ਕੋਈ ਸਿੱਟਾ ਜੀ ਕੱਢਿਆ ਹੋਏਗਾ, ਉਸ ਸਿੱਟੇ ਨੂੰ ਸਿੱਧੂ ਨਾਲ ਕੱਲ ਡਿਸਕਸ ਕੀਤਾ ਜਾਏਗਾ। ਉਸ ਤੋਂ ਬਾਅਦ ਸਿੱਧੂ ਉਹਨਾਂ 1-2 ਦਿਨਾਂ ਦੇ ਵਿੱਚ ਪੰਜਾਬ ਵਿੱਚ ਆਉਣਗੇ, ਉਹਨਾਂ ਨੂੰ ਪਤਾ ਹੋਏਗਾ ਵੀ ਉਹਨਾਂ ਦਾ ਕੀ ਫਿਊਚਰ ਹੈਗਾ ਕਾਂਗਰਸ ਦੇ ਵਿੱਚ, ਜਾਂ ਅਗਰ ਕੋਈ ਕਾਂਗਰਸ ਦੇ ਵਿੱਚ ਉਹਨਾਂ ਦਾ ਕੋਈ ਫਿਊਚਰ ਨਹੀਂ ਹੋਏਗਾ, ਜਾਂ ਫਿਰ ਉਹਨਾਂ ਨੂੰ ਲੱਗਦਾ ਹੋਏਗਾ ਕਿ ਵੀ ਮੇਰੀ ਗੱਲ ਹੁਣ ਕਾਂਗਰਸ ਦੇ ਵਿੱਚ ਨਹੀਂ ਬਣ ਰਹੀ, ਤੇ ਉਹ ਵੀ ਆਪਣੀ ਫਿਊਚਰ ਸਟ੍ਰੈਟਜੀ ਬਣਾਉਣਗੇ। ਪਰ ਚਲੋ, ਕੱਲ ਪ੍ਰਿਯੰਕਾ ਗਾਂਧੀ ਰਾਹੁਲ ਗਾਂਧੀ ਦੇ ਨਾਲ ਉਹਨਾਂ ਦੀ ਮੀਟਿੰਗ ਇਹ ਬਹੁਤ ਮਾਇਨੇ ਰੱਖਦੀ ਹੈ ਕਾਂਗਰਸ ਦੀ ਆਉਣ ਵਾਲੀ ਰਾਜਨੀਤੀ ਦੇ ਵਾਸਤੇ, ਕਿਉਂਕਿ ਵੈਸੇ ਭਾਸਕਰ ਸਾਹਿਬ ਮੇਰੇ ਕੋਲ ਇੱਕ ਪੁਖਤਾ ਸੂਚਨਾ ਹੈ ਕਿ ਬੀਤੇ ਦਿਨਾਂ ਦੇ ਵਿੱਚ ਜਿਹੜੇ ਇੰਚਾਰਜ ਨੇ ਪੰਜਾਬ ਮਾਮਲਿਆਂ ਦੇ, ਉਹਨਾਂ ਵੱਲੋਂ ਇੱਕ ਦੋ ਲੋਕਾਂ ਨਾਲ ਇਹ ਗੱਲ ਕੀਤੀ ਗਈ ਹੈ ਕਿ ਸਿੱਧੂ ਨੂੰ ਜਿੱਦ ਨਹੀਂ ਕਰਨੀ ਚਾਹੀਦੀ, ਉਹਨਾਂ ਨੂੰ ਅਹੁਦੇ 1 ਨੰਬਰ ਜਾਂ 2 ਨੰਬਰ ਦੀ ਦੌੜ 'ਚ ਨਹੀਂ ਪੈਣਾ ਚਾਹੀਦਾ। ਜਿਹੜੀ ਉਹਨਾਂ ਦੀ ਅਹਿਮੀਅਤ ਆ, ਜਿਹੜੀ ਉਹਨਾਂ ਦੀ ਲੋੜ ਆ ਪਾਰਟੀ ਨੂੰ, ਉਹਨੂੰ ਧਿਆਨ 'ਚ ਰੱਖਣਾ ਚਾਹੀਦਾ। ਉਹਨਾਂ ਦੀ ਉਮਰ ਅਜੇ ਕਾਫੀ ਲੰਬੀ ਆ ਸਿਆਸਤ ਵਿੱਚ, ਉਹਨਾਂ ਨੂੰ ਲੰਬੀ ਰੇਸ ਦੇ ਘੋੜੇ ਵਾਂਗ ਵਿਚਰਨਾ ਚਾਹੀਦਾ ਹੈ। ਸੋ ਸਿੱਧੂ ਨੂੰ ਸਮਝਾਉਣ ਦੇ ਯਤਨ ਵੀ ਹੋ ਰਹੇ ਆ। ਮੈਨੂੰ ਨਹੀਂ ਲੱਗਦਾ ਵੀ ਇਸ ਵਾਰੀ ਸਿੱਧੂ ਕਿਸੇ ਸਮਝੌਤੀ 'ਚ ਆਉਣਗੇ ਔਰ ਪਿਛਲੀ ਵਾਰ ਵਾਂਗ ਇੱਕ ਵਾਰੀ ਫਿਰ ਸਲਿੱਪ ਹੋ ਜਾਣਗੇ। ਪੰਜਾਬ ਦੀ ਰਾਜਨੀਤੀ 'ਚੋਂ ਸਿਖਰਲੀ ਕੁਰਸੀ ਲਗਭਗ 10 ਸਾਲਾਂ ਤੋਂ ਭਾਲਦੇ ਆ, ਤੇ ਉਹ ਚਾਹੁੰਦੇ ਆ ਕਿ ਮੈਂ ਸਿਖਰਲੀ ਕੁਰਸੀ ਲੈ ਕੇ ਸਵਾਦ ਨਾ ਲਵਾਂ, ਮੈਂ ਪੰਜਾਬ ਦੇ ਸਿਸਟਮ ਨੂੰ ਤਬਦੀਲ ਕਰਾਂ। ਉਹਨਾਂ ਦੀ ਮਨਸ਼ਾ ਦਿਸਦੀ ਤਾਂ ਸਾਫ਼ ਹੈ, ਅਜੇ ਉਹਨਾਂ ਨੂੰ ਮੌਕਾ ਮਿਲਿਆ ਨਹੀਂ। ਸੋ ਤੁਹਾਨੂੰ ਲੱਗਦਾ ਹੈ ਕਿ ਹਾਈ ਕਮਾਂਡ ਅਜੇ ਉਹਨਾਂ ਨੂੰ ਸਮਝਾਉਣ ਦੇ ਆਰ 'ਚ ਹੋਊਗੀ ਔਰ ਸਿੱਧੂ ਸਮਝਣ ਦੇ ਮੇਰਾ ਖਿਆਲ ਸਥਿਤੀ 'ਚ ਨਹੀਂ। ਮੇਰਾ ਖਿਆਲ ਇਹ ਵੱਡੀ ਨਾ ਜਾਂ ਵੱਡਾ ਸਿਰ ਹੀ ਫੇਰਿਆ ਜਾਊਗਾ ਤੇ ਫਿਰ ਸਿੱਧੂ ਲਈ ਨਵੇਂ ਰਾਹ ਖੁੱਲਣ ਦੀ ਗੁੰਜਾਇਸ਼ ਬਣ ਜਾਊਗੀ। ਲੱਗਦਾ ਨਹੀਂ ਰੰਧਾਵਾ ਜੀ ਕਿ ਸਿੱਧੂ ਉਹਨਾਂ ਹੁਣ ਸਮਝਣ ਸਮਝਾਉਣ ਦੀ ਗੱਲ ਦੇ ਵਿੱਚ ਪੈਣਗੇ, ਕਿਉਂਕਿ 1.5-2 ਸਾਲ ਉਹਨਾਂ ਨੇ ਬਿਤਾਏ 2019 ਤੋਂ ਬਾਅਦ, ਜਦ ਉਹਨਾਂ ਨੂੰ ਲੋਕਲ ਬੋਡੀ ਮਿਨਿਸਟਰੀ ਤੋਂ ਹਟਾਇਆ ਗਿਆ ਸੀਗਾ। ਉਸ ਤੋਂ ਬਾਅਦ ਉਹਨਾਂ ਨੂੰ ਪਾਵਰ ਮਿਨਿਸਟਰੀ ਦਿੱਤੀ ਗਈ, ਉਹਨਾਂ ਨੇ ਉਹਨੂੰ ਨਹੀਂ ਐਕਸੈਪਟ ਕੀਤਾ, ਤੇ 1-1.25 ਸਾਲ ਉਸ ਤੋਂ ਬਾਅਦ ਬਿਲਕੁਲ ਚੁੱਪ ਰਹੇ। ਮਾੜੇ ਮਾੜੇ ਜਿਹੇ ਟਵੀਟ ਛੱਡ ਦਿੰਦੇ ਸੀਗੇ ਬਿਨਾਂ ਕਿਸੇ ਦਾ ਨਾਂ ਲਿੱਤੇ ਹੋਏ। ਪਰ ਹੁਣ ਜਿਹੜੇ ਟਵੀਟ ਬਿਨਾਂ ਨਾਂ ਲਿੱਤੇ ਛੱਡੇ ਗਏ ਸੀਗੇ, ਹੁਣ ਤੁਸੀਂ ਪ੍ਰੈਸ ਕਾਨਫਰੰਸ ਜਿਹੜੀ ਵੀ ਉਹਨਾਂ ਨੇ ਇੰਟਰਵਿਊਜ਼ ਕੀਤੇ ਸੀਗੇ, ਉਹਦੇ ਵਿੱਚ ਕੋਈ ਕਸਰ ਤੇ ਛੱਡੀ ਨਹੀਂ। ਉਸ ਤੋਂ ਇੱਕ ਕਦਮ ਹੋਰ ਅੱਗੇ ਉੱਠ ਕੇ ਉਹਨਾਂ ਨੇ ਪਰਸੋਂ ਤਾਂ ਡੀਜੀਪੀ ਨੂੰ ਹੀ ਇੱਕ ਕੁਐਸਚਨ ਕਰਤਾ ਕਿ ਵੀ ਆਹ ਚੱਕੋ ਤੁਸੀਂ ਸਟੇਟਮੈਂਟ ਭੋਲੇ ਦੀ, ਆਹ ਚੱਕੋ ਦੂਜੇ ਅਕਿਊਜ਼ ਦੀ, ਇਹਦੇ ਉੱਤੇ ਤੁਸੀਂ ਕੀ ਕੀਤਾ? ਡੀਜੀਪੀ ਉਹਨਾਂ ਨੇ ਵੀ ਉਹਦਾ ਜਵਾਬ ਨਹੀਂ ਦਿੱਤਾ। ਹੁਣ ਇਸ ਤੋਂ ਬਾਅਦ ਸਿੱਧੂ ਉਹਨਾਂ ਦੀ ਸ਼ਿਕਾਇਤ ਹਾਈ ਕਮਾਂਡ ਨੂੰ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ ਵੀ ਕੀਤੀ ਹੋਏਗੀ ਕਿ ਇਹ ਸਾਡੇ ਕੀਤੇ ਹੋਏ ਕੰਮਾਂ ਤੋਂ, ਜਿਹੜਾ ਤੁਸੀਂ ਮੈਨੂੰ ਟਾਸਕ ਦਿੱਤਾ ਮੈਂ ਕੰਮ ਕਰ ਰਿਹਾ, ਪਰ ਸਾਡੇ ਕੰਮ ਕਰਨ ਦੇ ਤਰੀਕੇ ਦੇ ਉੱਤੇ ਸਿੱਧੂ ਹਜੇ ਵੀ ਆਬਜੈਕਸ਼ਨ ਉਠਾ ਰਿਹਾ ਹੈ। ਮੈਨੂੰ ਇਹ ਲੱਗਦਾ ਹੈ ਕਿ ਗੱਲ ਉੱਤੇ ਤੱਕ ਤਾਂ ਗਈ ਹੋਏਗੀ। ਹੁਣ ਸਿੱਧੂ ਨੂੰ ਕੱਲ ਬੁਲਾਇਆ ਜਾਣਾ, ਉਹ ਇਹ ਵੀ ਹੋ ਸਕਦਾ ਹੈ ਕਿ ਉਹਨਾਂ ਦੇ ਵਾਸਤੇ ਕੋਈ ਫਾਰਮੂਲਾ ਹਾਈ ਕਮਾਂਡ ਨੇ ਕੱਢਿਆ ਹੋਏ ਤੇ ਡਿਸਕਸ ਫੋਨ ਤੇ ਵੀ ਡਿਸਕਸ ਹੋ ਸਕਦੇ ਸੀਗੇ, ਪਰ ਉਸ ਫਾਰਮੂਲੇ ਦੇ ਉੱਤੇ ਸਿੱਧੂ ਉਹਨਾਂ ਨੂੰ ਸਮਝਾਣਾ ਤੇ ਮਨਾਣਾ ਇਹ ਬੜਾ ਜ਼ਰੂਰੀ ਸੀਗਾ। ਜਦ ਸਾਹਮਣੇ ਹਾਈ ਕਮਾਂਡ ਦੇ ਸਾਹਮਣੇ ਕੋਈ ਵੀ ਕਾਂਗਰਸੀ ਬਹਿੰਦਾ ਹੈ ਤੇ ਉਹਨੂੰ ਹਾਈ ਕਮਾਂਡ ਦੀ ਗੱਲ ਤਰੀਕੇ ਨਾਲ ਸੁਣਨੀ ਪੈਂਦੀ ਹੈ, ਔਰ ਇਹੀ ਕਰਕੇ ਉਹਨੂੰ ਕੱਲ ਬੁਲਾਇਆ ਗਿਆ। ਭਾਵੇਂ ਉਹ ਫਾਰਮੂਲਾ ਸਿੱਧੂ ਉਹਨਾਂ ਨੂੰ ਪਸੰਦ ਆਉਂਦਾ ਹੈ ਜਾਂ ਨਹੀਂ ਆਉਂਦਾ, ਜੋ ਕੋਈ ਆਬਜੈਕਸ਼ਨ, ਕੋਈ ਫਾਰਮੂਲਾ ਜੋ ਉੱਥੇ ਹੁੰਦਾ ਹੈ, ਉਹਦਾ ਖੁਲਾਸਾ 2-4 ਦਿਨ ਹੋਰ ਲੱਗਣਗੇ ਹੋਣ ਵਿੱਚ, ਪਰ ਕੱਲ ਕੋਈ ਨਾ ਕੋਈ ਫੈਸਲਾ ਹਾਈ ਕਮਾਂਡ ਸਿੱਧੂ ਉਹਨਾਂ ਦੇ ਮੁੱਦੇ ਤੇ, ਕੈਪਟਨ ਸਾਹਿਬ ਦੇ ਮੁੱਦੇ ਤੇ, ਔਰ 2022 ਦੀ ਚੋਣਾਂ ਦੇ ਵਿੱਚ ਕੀ ਤੇ ਕਿੱਦਾਂ ਕਰਨਾ ਹੈ, ਉਹਦਾ ਕੋਈ ਫਾਰਮੂਲਾ ਕੱਲ ਡਿਸਕਸ ਸਿੱਧੂ ਉਹਨਾਂ ਨਾਲ ਹੋ ਸਕਦਾ ਹੈ। ਸਿਆਸੀ ਪੰਡਤ ਤੇ ਵੀ ਮੰਨਦੇ ਨੇ ਕਿ ਜਦੋਂ ਸਿੱਧੂ ਗੱਲ ਕਰੇਗਾ ਜਾਂ ਸਿੱਧੂ ਨੂੰ ਸਮਝਾਇਆ ਜਾਏਗਾ, ਉਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨਾਲ ਇੱਕ ਸਿਟਿੰਗ ਦੀ ਗੁੰਜਾਇਸ਼ ਬਣ ਜਾਊਗੀ। ਲੇਕਿਨ ਦੂਜੇ ਬੰਨੇ, ਕਿਉਂਕਿ ਹਾਈ ਕਮਾਂਡ ਚਾਹੁੰਦੀ ਹੈ ਕਿ ਇਹਨਾਂ ਨੂੰ ਅਸੀਂ ਇੱਕੋ ਜਗ੍ਹਾ ਤੇ ਬਿਠਾ ਕੇ ਇਹਨਾਂ ਦੇ ਗਿਲੇ ਸ਼ਿਕਵੇ ਦੂਰ ਕਰੀਏ, ਪਰ ਜਿੰਨੀਆਂ ਦੂਰੀਆਂ ਵੱਧ ਗਈਆਂ, ਜਿੰਨੇ ਆਪਸ ਵਿੱਚ ਤਣ ਗਏ ਨੇ ਇੱਕ ਦੂਜੇ ਨਾਲ, ਉੱਥੋਂ ਹੁਣ ਮੈਨੂੰ ਲੱਗਦਾ ਕਿ ਟੁੱਟ ਤਾਂ ਸਕਦੇ ਆ, ਲਿਫ ਨਹੀਂ ਸਕਦੇ ਦੋਨੇ ਹੀ। ਉਂਝ ਸਿਆਸਤ ਸੰਭਾਵਨਾਵਾਂ ਦੀ ਗੇਮ ਆ, ਕੁਝ ਵੀ ਹੋ ਸਕਦਾ, ਲੇਕਿਨ ਮੈਨੂੰ ਇੰਝ ਲੱਗਦਾ ਹੈ ਕਿ ਇਹਨਾਂ ਦੋਨਾਂ ਦਾ ਇੱਕੋ ਪੇਜ ਤੇ ਹੁਣ ਇਕੱਠੇ ਤੁਰਨਾ, ਸੇਮ ਪੇਜ ਤੇ ਆਉਂਦੇ ਦਿਸਦੇ ਨਹੀਂ। ਹਾਈ ਕਮਾਂਡ ਵੀ ਮੈਨੂੰ ਲੱਗਦਾ ਕਿ ਇੱਥੇ ਹੱਥ ਖੜੇ ਕਰੀ ਬੈਠੀ ਆ, ਬਾਹਾਂ ਖੜੀਆਂ ਕਰੀ ਬੈਠੀ ਆ। ਜ਼ੋਰ ਜਬਰੀ ਜੇ ਸਿੱਧੂ ਨੂੰ ਪ੍ਰਦੇਸ਼ ਪ੍ਰਧਾਨ ਬਣਾ ਦਿੱਤਾ ਜਾਂਦਾ ਤਾਂ ਕੈਪਟਨ ਅਮਰਿੰਦਰ ਸਿੰਘ ਔਰ ਸਿੱਧੂ ਦੋਨਾਂ ਲਈ ਖਤਰਨਾਕ ਹੋ ਸਕਦਾ। ਕਾਂਗਰਸ ਪਾਰਟੀ ਦੇ ਵਿੱਚ ਨਵੀਂ ਜਾਨ ਫੂਕਣ ਲਈ ਜਾਂ ਤਾਂ ਸਿੱਧੂ ਨੂੰ ਫੁੱਲ ਪਾਵਰ ਦੇਣੀ ਪਏਗੀ, ਜਾਂ ਕੈਪਟਨ ਅਮਰਿੰਦਰ ਸਿੰਘ ਨੂੰ ਤੁਸੀਂ ਆਪਣਾ ਚਿਹਰਾ ਬਣਾ ਸਕਦੇ ਹੋ। ਉਸ ਸਥਿਤੀ 'ਚ ਸਿੱਧੂ ਕਿਸੇ ਹੋਰ ਜਗ੍ਹਾ ਤੇ ਬੈਠਾ ਦਿਸੂਗਾ 2 ਮਹੀਨੇ 'ਚ, ਇਹ ਬਿਲਕੁਲ ਕਲੀਅਰ ਆ। ਲੇਕਿਨ ਮੈਂ ਹੁਣ ਥੋੜਾ ਜਿਹਾ ਜੇ ਅੱਗੇ ਆਵਾਂ, ਭਾਸਕਰ ਸਾਹਿਬ, ਮੁੱਖ ਮੰਤਰੀ ਨੂੰ ਵੱਡੀ ਨਾ ਹੋਗੀ। ਮੁੱਖ ਮੰਤਰੀ ਹੋਵੇ ਦਿੱਲੀ ਦਾ, ਰਾਜਧਾਨੀ ਦਾ, ਰਾਜਧਾਨੀ ਸੈਂਟਰ ਆ, ਦਿਲ ਆ ਦੇਸ਼ ਦਾ,
ਤੇ ਕੇਜਰੀਵਾਲ ਨੂੰ ਕਿਹਾ ਰਾਜ ਭਵਨ ਖਾਲੀ ਨਹੀਂ ਪਈ, ਸਾਡੇ ਖਿਲਾਫ ਡਾਂਗ ਕੱਢਣੀ ਆ ਤੇ ਸਾਡੇ ਵਿਹੜੇ 'ਚ ਕੱਢਣੀ ਆ, ਏਦਾਂ ਨਹੀਂ ਕੁੰਡਾ ਬੰਦ ਵੀ ਹੋ ਸਕਦਾ। ਸੋ ਕੁੰਡਾ ਕਰਤਾ ਗਿਆ ਬੰਦ। ਲੇਕਿਨ ਉਸ ਤੋਂ ਪਹਿਲਾਂ ਜਿਹੜਾ ਤੁਸੀਂ ਇੱਕ ਮੁੱਦਾ ਲੈਣਾ ਚਾਹ ਰਹੇ ਸੀ, ਮੈਂ ਚਾਹੁੰਦਾ ਕਿ ਤੁਸੀਂ ਆਪਣੀ ਗੱਲ ਕਰ ਲਓ, ਫਿਰ ਅਸੀਂ ਇਹ ਕੇਜਰੀਵਾਲ ਦੇ ਮੁੱਦੇ ਤੇ ਆਈਏ। ਉਹ ਜਰਨਲਿਜ਼ਮ ਇੱਕ ਬਹੁਤ ਪਵਿੱਤਰ ਕੰਮ ਹੈ, ਔਰ ਜਰਨਲਿਜ਼ਮ ਇੱਕ ਥੰਮ ਹੈ ਜਿਹਨੂੰ ਅਸੀਂ ਕਹਿੰਦੇ ਚੌਥਾ ਥੰਮ। ਲੇਕਿਨ ਪੱਤਰਕਾਰਤਾ ਦੇ ਵਿੱਚ ਖਤਰੇ ਬਹੁਤ ਵੱਧ ਗਏ ਆ, ਪੱਤਰਕਾਰਤਾ ਦੇ ਵਿੱਚ ਮੁਸ਼ਕਲਾਂ ਵੀ ਵੱਧ ਗਈਆਂ, ਲੇਕਿਨ ਪੱਤਰਕਾਰਾਂ ਨੂੰ ਸਵੈ ਡਿਸਪਲਿਨ ਵੀ ਓੜਨਾ ਪਊਗਾ। ਇਹਦੇ ਉੱਤੇ ਤੁਸੀਂ ਗੱਲ ਕਰਨੀ ਚਾਹੁੰਦੇ ਸੀ। ਕੁੰਵਰ ਵਿਜੇ ਪ੍ਰਤਾਪ ਉਹਨਾਂ ਦੀ ਗੱਲ ਤੁਸੀਂ ਦੱਸਦੇ, ਹਾਲਾਂਕਿ ਨਾਂ ਤਾਂ ਨਹੀਂ ਦਿੱਤਾ। ਅੱਜ ਵੀ ਉਹਨਾਂ ਦਾ ਪੱਤਰਕਾਰਾਂ ਦੇ ਨਾਲ ਉਸ ਟਾਈਮ ਇੱਕ ਤਰੀਕੇ ਨਾਲ ਰਫੜੀ ਕਹਾਂਗੇ ਉਹ ਪੈ ਗਿਆ, ਜਦੋਂ ਕਿਸੇ ਪੱਤਰਕਾਰ ਨੇ ਸਵਾਲ ਪੁੱਛਿਆ ਤੇ ਉਹ ਉਸ ਸਵਾਲ ਦੇ ਉੱਤੇ ਬਿਫਰ ਗਏ। ਹਾਲਾਂਕਿ ਅਸੀਂ ਇਸ ਪ੍ਰੋਗਰਾਮ ਦੇ ਜ਼ਰੀਏ ਪਹਿਲੇ ਵੀ ਕਹਿ ਚੁੱਕੇ ਹਾਂ ਕਿ ਕੋਈ ਵੀ ਅਫਸਰ ਜਦ ਨਵਾਂ ਰਾਜਨੀਤੀ ਤੇ ਆਉਂਦਾ ਹੈ ਤੇ ਉਹਨੂੰ ਆਪਣੀ ਅਫਸਰੀ ਛੱਡਣੀ ਪੈਂਦੀ ਹੈ, ਕਿਉਂਕਿ ਪੱਤਰਕਾਰ ਕਈ ਵਾਰ ਸਵਾਲ ਔਖੇ ਵੀ ਪੁੱਛਦੇ ਨੇ। ਔਰ ਪੱਤਰਕਾਰਿਤਾ ਦੇ ਵਿੱਚ ਅਗਰ ਤੁਹਾਡੇ ਕਿਸੇ ਔਖੇ ਸਵਾਲ ਦੇ ਉੱਤੇ ਕੋਈ ਲੀਡਰ ਨਾਰਾਜ਼ ਹੋ ਗਿਆ ਤੇ ਉਹਦੇ ਵਿੱਚ ਪੱਤਰਕਾਰ ਜਾਂ ਉਸ ਪੱਤਰਕਾਰ ਦੇ ਨੰਬਰ ਬਣਦੇ ਨੇ ਕਿ ਵੀ ਤੁਸੀਂ ਸਵਾਲ ਪੁੱਛਿਆ, ਉਹ ਨਾਰਾਜ਼ ਹੋ ਗਿਆ। ਪਰ ਦੂਜੇ ਪਾਸੇ ਕਈ ਵਾਰ ਇਹ ਹੁੰਦਾ ਕਿ ਸਵਾਲ ਹੀ ਇੰਨਾ ਅਜੀਬ ਜਿਹਾ ਹੁੰਦਾ ਜਿਹਦੇ ਕਰਕੇ ਉਹ ਲੀਡਰ ਵੀ ਬਿਫਰ ਜਾਂਦਾ ਹੁੰਦਾ ਹੈ। ਹੁਣ ਦੋਨੋਂ ਤਰੀਕੇ ਦੇ ਮਸਲੇ ਹੁੰਦੇ ਨੇ, ਪਰ ਲੀਡਰ ਵਾਸਤੇ ਇਹ ਬਹੁਤ ਜ਼ਰੂਰੀ ਹੈ ਕਿ ਉਹ ਆਪਣਾ ਧੈर्य, ਆਪਣਾ ਸੰਯਮ ਨਾ ਖੋਏ ਔਰ ਜਵਾਬ ਬਿਲਕੁਲ ਧੈर्य ਨਾਲ ਦੋਏ, ਕਿਉਂਕਿ ਅਗਰ ਤੁਸੀਂ ਗੁੱਸਾ ਹੀ ਖਾ ਗਏ ਤੇ ਫਿਰ ਬਦਨਾਮੀ ਤੁਹਾਡੀ ਹੋਣੀ ਹੈ, ਕਿਉਂਕਿ ਲੋਕਾਂ ਦੇ ਕੋਲ ਤੁਸੀਂ ਜਾਣਾ ਹੈ, ਪੱਤਰਕਾਰਾਂ ਨੇ ਤੁਹਾਡੇ ਗੁੱਸੇ ਨੂੰ ਕਿਸ ਤਰੀਕੇ ਨਾਲ ਅੱਗੇ ਪ੍ਰੋਜੈਕਟ ਕਰਨਾ ਹੈ। ਅਸੀਂ ਇਹ ਸੁਝਾਅ ਕੁੰਵਰ ਵਿਜੇ ਪ੍ਰਤਾਪ ਉਹਨਾਂ ਨੂੰ ਪਹਿਲੇ ਵੀ ਦਿੱਤਾ ਸੀਗਾ, ਅੱਜ ਦੁਬਾਰਾ ਦੇਣਾ ਚਾਹਾਂਗੇ ਕਿ ਅਗਰ ਤੁਸੀਂ ਲੀਡਰੀ ਕਰਨੀ ਹੈ, ਅਗਰ ਤੁਸੀਂ ਪੋਲੀਟੀਸ਼ੀਅਨ ਬਣਨਾ ਹੈ ਤੇ ਤੁਹਾਨੂੰ ਉਹ ਅਫਸਰੀ ਵਾਲੀ ਆਕੜ ਛੱਡਣੀ ਪਏਗੀ। ਜੇ ਤੁਸੀਂ ਅਫਸਰੀ ਵਾਲੀ ਆਕੜ ਰੱਖਣੀ ਹੈ ਤੇ ਰਾਜਨੀਤੀ ਦੇ ਵਿੱਚ ਤੁਸੀਂ ਬਹੁਤਾ ਅੱਗੇ ਨਹੀਂ ਜਾ ਪਾਓਗੇ। ਹੁਣ ਸਾਡਾ ਸੁਝਾਅ ਉਹ ਮੰਨਣ ਜਾਂ ਨਾ ਮੰਨਣ, ਇਹ ਤੇ ਆਉਣ ਵਾਲੇ ਟਾਈਮ ਹੀ ਨਹੀਂ ਪਤਾ। ਕੁੰਵਰ ਵਿਜੇ ਪ੍ਰਤਾਪ ਇੱਕ ਬਿਹਤਰੀਨ ਪ੍ਰਸ਼ਾਸਕ ਰਹੇ ਨੇ, ਉਹਨਾਂ ਨੇ ਬੜੇ ਵਧੀਆ ਫੈਸਲੇ ਲਏ ਆ, ਖਾਸ ਤੌਰ ਤੇ ਲੋਕਾਂ ਦੇ ਹਿੱਤ ਵਿੱਚ ਹੀ ਸਦਾ ਰਹੇ ਨੇ। ਔਰ ਜਿਹੜੇ ਸੱਤਾਧਾਰੀ ਉਹਨਾਂ ਨਾਲ ਉਹਨਾਂ ਦਾ ਸਿਆਪਾ ਕਾਫੀ ਪੈਂਦਾ ਰਿਹਾ, ਅਨੁਲ ਜੋਸ਼ੀ ਨਾਲ ਉਹਨਾਂ ਦੀ ਲੜਾਈ ਕਿਸੇ ਤੋਂ ਗੁੱਝੀ ਨਹੀਂ। ਲੇਕਿਨ ਕੁੰਵਰ ਵਿਜੇ ਪ੍ਰਤਾਪ ਨਾਲ ਇਹ ਸੱਜਰਾ ਜਿਹੜਾ ਭੇੜ ਹੋਇਆ ਪੱਤਰਕਾਰਾਂ ਦਾ, ਸਾਰੀਆਂ ਧਿਰਾਂ ਨੂੰ ਥੋੜਾ ਸੰਜਮ ਬਣਾ ਕੇ ਚੱਲਣਾ ਚਾਹੀਦਾ। ਅਕਾਲੀ ਦਲ ਨੇ ਅੱਜ ਉਹਨਾਂ ਦੇ ਘਰ ਦੇ ਮੂਹਰੇ ਵਾਹਵਾ ਰੌਲਾ ਪਾਇਆ। ਚਲੋ ਖੈਰ, ਸਿਆਸਤ ਤਾਂ ਅਗਲੇ ਦਿਨਾਂ 'ਚ ਇਹੋ ਜਿਹੇ ਈਵੈਂਟ ਦੇਖਣ ਨੂੰ ਮਿਲਣੇ ਹੀ ਆ, ਕਿਉਂਕਿ ਅਸੀਂ ਚੋਣਾਂ ਵੱਲ ਜਾ ਰਹੇ ਹਾਂ ਤੇ ਚੋਣਾਂ ਦੇ ਵਿੱਚ ਇਲਜ਼ਾਮ ਤਾਂ ਲੱਗਣੇ ਹੀ ਆ। ਲੇਕਿਨ ਭਾਸਕਰ ਸਾਹਿਬ, ਜਿਹੜੀ ਹੁਣ ਗੱਲ ਆ ਕਿ ਕੇਜਰੀਵਾਲ ਪੰਜਾਬ ਨੂੰ ਏਜੰਡੇ ਵਜੋਂ, ਹੁਣ ਇਸ ਵੇਲੇ ਕੇਜਰੀਵਾਲ ਦੇ ਮੇਨ ਏਜੰਡੇ ਤੇ ਪੰਜਾਬ ਹੈ। ਕੇਜਰੀਵਾਲ ਨੂੰ ਦਿੱਲੀ ਦੀ ਮੇਨ ਸੱਤਾ ਪੰਜਾਬ ਰਾਹੀਂ ਆਉਂਦੀ ਦਿਸਦੀ ਹੈ। ਮੇਰਾ ਖਿਆਲ ਉਹ ਸਾਰੀ ਤਾਕਤ ਝੋਕਣਗੇ ਅਗਲੀ ਦਿਨੀ, ਔਰ ਆਮ ਆਦਮੀ ਪਾਰਟੀ ਦਾ ਮੁਕਾਬਲਾ ਕਾਂਗਰਸ ਨਾਲ ਹੋਣ ਦੀ ਕਾਫੀ ਪੁਖਤਾ ਜਿਹੜੀ ਸੂਚੀ ਬਣ ਰਹੀ ਹੈ। ਮੈਨੂੰ ਲੱਗਦਾ ਕਿ ਕੱਲ ਉਹ ਇੱਕ ਵਾਰੀ ਸ਼ਾਇਦ ਪੰਜਾਬ ਦੇ ਭਖ ਦੇ ਮੁੱਦਿਆਂ ਨੂੰ ਚੱਕਣਗੇ, ਸ਼ਾਇਦ ਬਿਜਲੀ ਦੇ ਮੁੱਦੇ ਵੀ ਹੋਣਗੇ, ਕਿਉਂਕਿ ਦਿੱਲੀ ਚੋਂ ਕਹਿੰਦੇ ਬਿਜਲੀ ਮੈਂ ਬਿਹਤਰ ਪ੍ਰਬੰਧ ਨਾਲ ਦਿੱਤੀ ਹੈ। ਪੰਜਾਬ ਦੇ ਵਿੱਚ ਥਰਮਲ ਪਲਾਂਟਾਂ ਦੇ ਐਗਰੀਮੈਂਟਾਂ ਦਾ ਰੌਲਾ ਪਈ ਜਾਂਦਾ। ਹਫ਼ਤੇ ਪਹਿਲੇ ਕੇਜਰੀਵਾਲ ਉਹਨਾਂ ਆਏ ਸੀਗੇ ਔਰ ਉਹਦਾ ਪ੍ਰੋਗਰਾਮ ਅਚਾਨਕ ਇੱਕ ਦਿਨ ਪਹਿਲੇ ਅਨਾਉਂਸ ਹੁੰਦਾ ਹੈ ਕਿ ਕੱਲ ਕੇਜਰੀਵਾਲ ਸਾਹਿਬ ਆ ਰਹੇ ਨੇ ਔਰ ਉਹਦੇ ਵਿੱਚ ਕੁੰਵਰ ਵਿਜੇ ਪ੍ਰਤਾਪ ਉਹਨਾਂ ਸ਼ਾਮਿਲ ਹੋ ਰਹੇ ਨੇ। ਹਾਲਾਂਕਿ ਨਾ ਤੇ ਕਈ ਹੋਰ ਪੋਲੀਟੀਸ਼ੀਅਨਸ ਦਾ ਵੀ ਸੀਗਾ, ਉਹ ਸ਼ਾਮਿਲ ਨਹੀਂ ਹੋਏ। ਕਿਸ ਕਾਰਨ ਸ਼ਾਮਿਲ ਨਹੀਂ ਹੋਏ? ਕਿਹਾ ਜਾਂਦਾ ਕਿ ਅੱਗੇ ਆਉਣ ਵਾਲੇ ਦਿਨਾਂ 'ਚ ਸ਼ਾਮਿਲ ਹੋ ਸਕਦੇ ਨੇ। ਚਲੋ, ਜੋ ਹੁੰਦਾ ਹੈ ਉਹ ਤੇ ਆਉਣ ਵਾਲੇ ਦਿਨਾਂ 'ਚ ਪਤਾ ਲੱਗੇਗਾ। ਪਰ ਕੱਲ ਦਾ ਦੌਰਾ, ਜਦ ਉਹਨਾਂ ਨੇ ਅਨਾਉਂਸ ਕੀਤਾ ਕਿ ਕੱਲ ਉਹ ਚੰਡੀਗੜ੍ਹ ਵਿੱਚ ਆ ਕੇ ਪ੍ਰੈਸ ਕਾਨਫਰੰਸ ਕਰਨਗੇ, ਸਭ ਤੋਂ ਪਹਿਲੇ ਪੱਤਰਕਾਰਾਂ ਦੇ ਦਿਮਾਗ 'ਚ ਇੱਕ ਸਵਾਲ ਆਉਂਦਾ, ਕੱਲ ਕੌਣ ਜੁਆਇਨ ਕਰ ਰਿਹਾ? ਕੱਲ ਕੌਣ ਜੁਆਇਨ ਕਰੇਗਾ? ਜੁਆਇਨ ਕਰ ਰਿਹਾ। ਕੋਈ ਕਹਿੰਦਾ ਬਈ ਸਿੱਧੂ ਉਹਨਾਂ ਦਿੱਲੀ ਸੱਦ ਰਹੇ, ਕਿਤੇ ਐ ਤੇ ਨਹੀਂ ਕਿ ਸਿੱਧੂ ਉਹਨਾਂ ਜੁਆਇਨ ਕਰ ਰਹੇ ਹੁਣ। ਯਾਨੀ ਸਿਆਸੀ ਹਲਕੇ ਦੇ ਵਿੱਚ ਅਟਕਲਾਂ ਬੜੀ ਜ਼ਬਰਦਸਤ ਤਰੀਕੇ ਨਾਲ ਚੱਲ ਰਹੀ ਹੈ ਕਿ ਕੱਲ ਕੌਣ ਜੁਆਇਨ ਕਰ ਰਿਹਾ। ਬਾਅਦ ਚੋਂ ਰਾਘਵ ਚੱਡਾ, ਜਿਹੜੇ ਦਿੱਲੀ ਦੇ ਲੀਡਰ ਹੈਗੇ ਨੇ ਆਮ ਆਦਮੀ ਪਾਰਟੀ ਦੇ, ਉਹਨਾਂ ਨੇ ਇਸ ਗੱਲ ਦਾ ਖੁਲਾਸਾ ਕੀਤਾ ਕਿ ਉਹ ਕੱਲ ਦਿੱਲੀ ਤੋਂ ਚੰਡੀਗੜ੍ਹ ਇਸ ਕਰਕੇ ਆ ਰਹੇ ਨੇ ਕਿ ਬਿਜਲੀ ਦੇ ਮੁੱਦੇ ਦੇ ਉੱਤੇ ਜਿਹੜਾ ਉਹਨਾਂ ਦਾ ਬਲੂ ਪ੍ਰਿੰਟ ਹੈਗਾ, ਉਸ ਬਲੂ ਪ੍ਰਿੰਟ ਨੂੰ ਪੰਜਾਬ ਦੇ ਸਾਹਮਣੇ ਰੱਖਣਗੇ ਔਰ ਕਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਬਿਜਲੀ ਬਿਲਕੁਲ ਮੁਫਤ ਕਰਨ ਦੀ ਵੀ ਸਲਾਹ ਉਹਨਾਂ ਨੇ ਦੇਣ ਦੀ ਕੋਸ਼ਿਸ਼ ਕਰਨਗੇ। ਜਾਂ ਕੱਲ ਜਿਹੜਾ ਬਲੂ ਪ੍ਰਿੰਟ, ਕਿਉਂਕਿ ਦਿੱਲੀ ਦੇ ਵਿੱਚ ਵੀ 200-300 ਯੂਨਿਟ ਸਾਰਿਆਂ ਨੂੰ ਬਿਜਲੀ ਫ੍ਰੀ ਹੈਗੀ ਹੈ, ਉਹੀ ਬਲੂ ਪ੍ਰਿੰਟ, ਉਹੀ ਦਿੱਲੀ ਦਾ ਮਾਡਲ ਉਹ ਪੰਜਾਬ ਦੇ ਵਿੱਚ ਪੇਸ਼ ਕਰਨ ਦੀ ਕੱਲ ਕੇਜਰੀਵਾਲ ਕੋਸ਼ਿਸ਼ ਕਰਨਗੇ। ਪਰ ਇਸ ਤੋਂ ਪਹਿਲੇ ਇਸ ਰਾਜਨੀਤੀ ਦੇ ਉੱਤੇ ਇੱਕ ਹੋਰ ਸਿਆਸਤ ਛਾ ਗਈ ਜਦ ਉਹਨਾਂ ਨੇ ਪੰਜਾਬ ਭਵਨ ਦੇ ਵਿੱਚ ਪ੍ਰੈਸ ਕਾਨਫਰੰਸ ਕਰਨ ਦੀ ਇਜਾਜ਼ਤ ਮੰਗੀ
ਕੈਪਟਨ ਅਮਰਿੰਦਰ ਸਿੰਘ ਉਹਨਾਂ ਦੀ ਤਰਫੋਂ ਨਾ ਹੋ ਗਈ। ਇਸ ਨਾ ਹੋਣ ਤੋਂ ਬਾਅਦ ਜਦ ਕੇਜਰੀਵਾਲ ਉਹਨਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਇਸ ਗੱਲ ਨੂੰ ਰੱਖਿਆ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਇੱਕ ਦੂਜੇ ਮੁੱਖ ਮੰਤਰੀ ਯਾਨੀ ਉਹਨਾਂ ਨੂੰ ਆਪਣੇ ਰਾਜ ਦੇ ਵਿੱਚ ਪ੍ਰੈਸ ਕਾਨਫਰੰਸ ਕਰਨ ਵਾਸਤੇ ਮਨਾ ਕਰਤਾ। ਆਨੰਦ ਫਾਨਨ ਦੇ ਵਿੱਚ ਪ੍ਰੈਸ ਕਲੱਬ ਦੀ ਇੱਕ ਕੱਲ ਅਪਾਇੰਟਮੈਂਟ ਵੀ ਲਈ ਗਈ, ਉੱਥੇ ਉਹਨੂੰ ਬੁੱਕ ਵੀ ਕੀਤਾ ਗਿਆ। ਪਰ ਕੈਪਟਨ ਅਮਰਿੰਦਰ ਸਿੰਘ ਉਹਨਾਂ ਦਾ ਵੀ ਇੱਕ ਬਿਆਨ ਆਇਆ ਕਿ ਮੈਂ ਉਹਨਾਂ ਨੂੰ ਪ੍ਰੈਸ ਕਾਨਫਰੰਸ ਵਾਸਤੇ ਕੋਈ ਮਨਾ ਨਹੀਂ ਕੀਤਾ, ਬਲਕਿ ਮੈਂ ਤੇ ਕਹੂੰਗਾ ਕਿ ਉਹ ਤੇ ਲੰਚ ਵੀ ਕਰਨ, ਕਿਉਂਕਿ ਰਾਜਨੀਤੀ ਇੰਨੀ ਕੁ ਪੰਜਾਬ ਦੇ ਵਿੱਚ ਗਰਮਾਈ ਹੋਈ ਹੈ। ਕੈਪਟਨ ਸਾਹਿਬ ਸਿੱਧੂ ਤੋਂ ਪਰੇਸ਼ਾਨ ਨੇ, ਸਿੱਧੂ ਉਹਨਾਂ ਕੈਪਟਨ ਦੇ ਉੱਤੇ ਜ਼ੋਰ ਬਣਾ ਰਹੇ ਨੇ, ਤੇ ਤੀਜੇ ਪਾਸੇ ਇੱਕ ਥਰਡ ਪ੍ਰੈਸ਼ਰ ਜਿਹਨੂੰ ਕਹੀਏ ਕਿ ਵੀ ਇੱਕ ਹੋਰ ਟੀਮ ਦਾ ਪ੍ਰੈਸ਼ਰ ਕੈਪਟਨ ਸਾਹਿਬ ਦੇ ਉੱਤੇ ਪੈ ਰਿਹਾ ਹੈ। ਕਿਉਂਕਿ ਕੱਲ ਅਗਰ ਕੇਜਰੀਵਾਲ ਉਹਨਾਂ ਪੰਜਾਬ ਵਿੱਚ ਆਉਣਗੇ ਤੇ ਕੁਝ ਐਦਾਂ ਦੀ ਗੱਲਾਂ ਵੀ ਕਰਨਗੇ ਜਿਹਦੇ ਕਰਕੇ ਜਿਹੜਾ ਹਾਈ ਕਮਾਂਡ ਨੇ 18 ਸੂਤਰੀਆ ਪ੍ਰੋਗਰਾਮ ਕੈਪਟਨ ਸਾਹਿਬ ਨੂੰ ਦਿੱਤਾ ਸੀਗਾ, ਉਹਦੇ ਵਿੱਚ ਇੱਕ ਦੋ ਪੁਆਇੰਟ ਹੋਰ ਨਾ ਜੁੜ ਜਾਣ। ਕਾਰਨ ਕਿ ਕੇਜਰੀਵਾਲ ਉਹਨਾਂ ਦੀ ਵੀ ਪੰਜਾਬ ਦੇ ਪ੍ਰਤੀ ਰਾਜਨੀਤੀ ਦਿਨ ਪ੍ਰਤੀ ਦਿਨ ਤੇਜ਼ ਹੋ ਰਹੀ ਹੈ, ਔਰ ਅੱਗੇ ਆਉਣ ਵਾਲੇ ਟਾਈਮ ਵਿੱਚ ਅਟਕਲਾਂ ਐ ਲੱਗ ਰਹੀਆਂ ਹੈ ਕਿ ਪੰਜਾਬ ਦੇ ਵਿੱਚ ਕੁਝ ਹੋਰ ਲੀਡਰ ਜਿਹੜੇ ਆਪਣੀ ਆਪਣੀ ਪਾਰਟੀ ਦੇ ਵਿੱਚ ਨਾਖੁਸ਼ ਨੇ, ਪਰ ਉਹਨਾਂ ਦੇ ਬੜੇ ਵੱਡੇ ਨਾਂ ਵੀ ਹੈਗੇ ਨੇ, ਉਹ ਆਮ ਆਦਮੀ ਪਾਰਟੀ ਜੁਆਇਨ ਕਰ ਸਕਦੇ ਨੇ। ਜਿੱਦਾਂ ਅਸ਼ਵਨੀ ਸ਼ੇਖਰੀ ਉਹਨਾਂ ਦੀ ਗੱਲ ਚੱਲੀ ਤੇ ਉਹ ਅਕਾਲੀ ਦਲ ਦੇ ਵਿੱਚ ਤਕਰੀਬਨ ਗਏ ਹੀ ਸੀਗੇ। ਜਿੱਦਾਂ ਤੁਸੀਂ ਵੀ ਇੱਕ ਪ੍ਰੋਗਰਾਮ ਵਿੱਚ ਕੱਲ ਕਿਹਾ ਸੀਗਾ ਵੀ ਉਹ ਗਏ ਵਾਲੀ ਰਾਜਨੀਤੀ ਪੰਜਾਬ ਦੇ ਵਿੱਚ ਆਉਣ ਵਾਲੇ ਟਾਈਮ ਵਿੱਚ ਸ਼ੁਰੂ ਹੋ ਰਹੀ ਹੈ, ਉਹ ਸ਼ੁਰੂ ਹੋ ਚੁੱਕੀ ਹੈ। ਆਉਣ ਵਾਲੇ ਟਾਈਮ ਵਿੱਚ ਕਾਫੀ ਸਾਰੇ ਇਸ ਤਰ੍ਹਾਂ ਦੇ ਲੀਡਰ ਨੇ ਜਿਹੜਾ ਦੂਜੀ ਪਾਰਟੀਆਂ ਦੇ ਵਿੱਚ ਅੱਖ ਟਿਕਾ ਕੇ ਬੈਠੇ ਹੋਏ ਨੇ, ਕਦੋਂ ਮੌਕਾ ਮਿਲੇ ਤੇ ਆਪਾਂ ਉੱਥੇ ਜਾਈਏ। ਔਰ ਕੱਲ ਕੇਜਰੀਵਾਲ ਉਹਨਾਂ ਦਾ ਪੰਜਾਬ ਆਣਾ, ਪੰਜਾਬ ਦੀ ਭਖਦੀ ਹੋਈ ਰਾਜਨੀਤੀ ਦੇ ਵਿੱਚ ਦੋ ਚਾਰ ਕੋਲੇ ਹੋਰ ਸੁੱਟਨੇ, ਉਦਾਂ ਦੇ ਹਾਲਾਤ ਪੈਦਾ ਹੋ ਸਕਦੇ ਆ। ਅੱਛਾ ਭਾਸਕਰ ਸਾਹਿਬ, ਮੈਨੂੰ ਇਹ ਦੱਸਿਓ ਵੀ ਜੇ ਕੈਪਟਨ ਅਮਰਿੰਦਰ ਸਿੰਘ ਨੇ ਮਨਾ ਨਹੀਂ ਕੀਤਾ ਪੰਜਾਬ ਭਵਨ ਚ ਪ੍ਰੈਸ ਕਾਨਫਰੰਸ ਕਰਨ ਤੋਂ, ਤਾਂ ਫਿਰ ਕਿਹੜਾ ਹੋਰ ਪਾਵਰ ਸੈਂਟਰ ਬਣ ਗਿਆ ਜਿਹਨੇ ਮਨਾ ਕਰਤਾ? ਜਾਂ ਪਹਿਲਾਂ ਉਹ ਪੈਂਤੜਾ ਲਿਆ ਗਿਆ, ਜਦੋਂ ਰੌਲਾ ਪਿਆ ਗਿਆ ਤਾਂ ਫਿਰ ਮੂੰਹ ਦਿਖਾਈ ਲਈ, ਮੂੰਹ ਰੱਖਣੀ ਲਈ ਇਹ ਕਹਿਤਾ ਗਿਆ ਕਿ ਉਹ ਲੰਚ ਵੀ ਕਰਨ? ਇਹ ਸਿਆਸਤ ਕਿਹੋ ਜਿਹੀ ਹੈ? ਜੀ ਬਿਲਕੁਲ, ਮਨਾ ਤੇ ਜ਼ਰੂਰ ਕੀਤਾ ਗਿਆ। ਹੁਣ ਕੈਪਟਨ ਸਾਹਿਬ ਆਪ ਤੇ ਮਨਾ ਕਰਦੇ ਨਹੀਂ, ਪਰ ਉਹਨਾਂ ਦੇ ਸਲਾਹਕਾਰ ਹੀ ਇੰਨੇ ਹੈਗੇ ਹੈ, ਉਹ ਸਲਾਹਕਾਰ ਵੀ ਛੱਲੇ ਵਾਲਾ ਗੇਮ ਤੋਂ ਉਹੀ ਸਾਂਭ ਲੈਂਦੇ ਕਿ ਪੰਜਾਬ ਭਵਨ ਦੇ ਵਿੱਚ ਇੱਕ ਤੁਹਾਡਾ ਪ੍ਰਤੀਦਵੰਦੀ ਪ੍ਰੈਸ ਕਾਨਫਰੰਸ ਕਰਨਾ ਚਾਹੇ, ਤੁਸੀਂ ਮੁੱਖ ਮੰਤਰੀ ਹੋ, ਜ਼ਰੂਰੀ ਨਹੀਂ ਕਿ ਮੁੱਖ ਮੰਤਰੀ ਨਾ ਕਰਦਾ ਹੈ। ਜਦ ਗੱਲ ਇਹ ਮੁੱਖ ਮੰਤਰੀ ਦੇ ਕੋਲ ਗਈ ਹੋਏਗੀ ਤਾਂ ਉਹਨਾਂ ਨੂੰ ਇਸ ਗੱਲ ਨੂੰ ਸਮਝਣ ਦੇ ਵਿੱਚ ਟਾਈਮ ਨਹੀਂ ਲੱਗਿਆ ਹੋਏਗਾ ਕਿ ਏਦਾਂ ਮਨਾ ਕਰਨ ਨਾਲ ਇਹ ਗੱਲ ਪੁੱਠੀ ਵੀ ਪੈ ਸਕਦੀ ਹੈ। ਤਾਂ ਹੀ ਉਹਨਾਂ ਨੇ ਕਿਹਾ ਕਿ ਮੈਂ ਤਾਂ ਲੰਚ ਵੀ ਦੇਣ ਨੂੰ ਤਿਆਰ ਹਾਂ, ਆਉਣ ਪ੍ਰੈਸ ਕਾਨਫਰੰਸ ਕਰਨ। ਪਰ ਤਦ ਤੱਕ ਉਹ ਵੈਨਿਊ ਚੇਂਜ ਹੋ ਚੁੱਕਿਆ ਸੀਗਾ, ਔਰ ਕੱਲ ਪ੍ਰੈਸ ਕਲੱਬ ਦੇ ਵਿੱਚ ਕੇਜਰੀਵਾਲ ਹੋਣਾ ਇਹ ਬਿਜਲੀ ਦੇ ਮੁੱਦੇ ਤੇ ਜਿਹੜੀ ਪ੍ਰੈਸ ਕਾਨਫਰੰਸ ਕਰਨ ਵਾਲੇ ਨੇ, ਹੁਣ ਉਹਦਾ ਵੈਨਿਊ ਪ੍ਰੈਸ ਕਲੱਬ ਹੋਏਗਾ। ਇਹ ਤਾਂ ਵੈਸੇ ਦੋਸਤੋ ਬੜਾ ਜੈਨੂਇਨ ਸਵਾਲ ਉਠਾਇਆ ਜਾ ਰਿਹਾ ਕਿ ਪੰਜਾਬ ਦੇ ਵਿੱਚ ਇੱਕ ਵਾਰੀ ਸਾਜ਼ਗਰ ਮਾਹੌਲ ਆਮ ਆਦਮੀ ਪਾਰਟੀ ਨੂੰ ਬਣਦਾ ਨਜ਼ਰ ਆਉਂਦਾ, ਜਿਹੜਾ 2 ਮਹੀਨੇ ਪਹਿਲਾਂ ਤੱਕ ਕੈਪਟਨ ਅਮਰਿੰਦਰ ਸਿੰਘ ਦੀ ਫੇਵਰ 'ਚ ਸਾਰਾ ਮਾਹੌਲ ਸੀ। ਜਦੋਂ ਹੀ ਉਹਨਾਂ ਦਾ ਅੰਦਰੂਨੀ ਕਲੇਸ਼ ਅੱਗੇ ਵੱਧਦਾ ਹੈ ਤੇ ਇੰਜ ਲੱਗਦਾ ਜਿਵੇਂ ਕਦੇ ਇਹ ਸੰਗਠਿਤ ਪਾਰਟੀ ਸੀਗੀ ਨਹੀਂ। ਇੰਜ ਲੱਗ ਰਿਹਾ ਜਿਵੇਂ ਕੈਪਟਨ ਅਮਰਿੰਦਰ ਸਿੰਘ ਸਰਵ ਪ੍ਰਵਾਨਿਤ ਲੀਡਰ ਕਦੇ ਵੀ ਨਹੀਂ ਸੀ। 4.5 ਸਾਲ ਤੱਕ ਉਸ ਵਿਅਕਤੀ ਲਈ ਇੱਕ ਵੀ ਵਿਰੋਧ ਦੀ ਸੁਰ ਨਹੀਂ ਉੱਠਦੀ, ਪਾਵਰਫੁਲ ਚੀਫ ਮਿਨਿਸਟਰ ਮੰਨਿਆ ਗਿਆ ਪੂਰੇ ਦੇਸ਼ ਦੇ ਵਿੱਚ। ਲੇਕਿਨ ਜਦੋਂ ਇਹ ਖਿੱਦੋ ਖਿਲਰਿਆ ਤਾਂ ਇਹ ਖਿੱਦੋ ਖਿਲਰਨ ਦੇ ਨਾਲ ਹੀ ਲੀਰਾਂ ਸਾਰੇ ਪਾਸੇ ਫੈਲ ਗਈਆਂ। ਹੁਣ ਸਵਾਲ ਇਹ ਆ ਕਿ ਅਕਾਲੀ ਦਲ ਅਜੇ ਵੀ ਬੇਅਦਬੀ ਮਾਮਲਿਆਂ ਤੋਂ ਲੈ ਕੇ ਹੋਰ ਕਈ ਮਸਲਿਆਂ ਨਾਲ ਦੋ ਚਾਰ ਆ, ਉਹਨਾਂ ਦੀ ਸਥਿਤੀ ਸਾਫ਼ ਨਹੀਂ ਹੋ ਰਹੀ। ਅਜੇ ਵੀ ਪਿੰਡਾਂ 'ਚ ਰਵਾਇਤੀ ਪੋਲਿਟਿਕਸ ਔਰ ਪੋਲੀਟੀਸ਼ੀਅਨਸ ਦਾ ਵਿਰੋਧ ਹੋ ਰਿਹਾ। ਲੋਕ ਵਿਰੋਧ ਕਰ ਰਹੇ ਆ ਕਿ ਜਿੰਨਾ ਚਿਰ ਖੇਤੀ ਮਸਲੇ ਹੱਲ ਨਹੀਂ ਹੁੰਦੇ ਤੁਸੀਂ ਪਿੰਡਾਂ 'ਚ ਸਿਆਸਤ ਕਰਨ ਨਾ ਆਓ। ਲੇਕਿਨ ਦੂਜੇ ਬੰਨੇ ਆਮ ਆਦਮੀ ਪਾਰਟੀ ਨੂੰ ਨਜ਼ਰ ਆਇਆ ਕਿ ਇਹੀ ਮੌਕਾ ਹੈ ਜਦੋਂ ਅਸੀਂ ਆਪਣੀ ਇੱਥੇ ਪਾਰੀ ਖੇਡਣ ਲਈ ਜਿਹੜੀ ਗਰਾਊਂਡ ਤਿਆਰ ਕਰ ਸਕਦੇ ਹਾਂ, ਇਹ ਪਿੱਚ ਬਿਹਤਰ ਬਣਾ ਲਈਏ ਤਾਂ ਕਿ ਖੇਡਣਾ ਸੌਖਾ ਹੋਵੇ। ਅਕਸਰ ਜਿੱਦਾਂ ਭਾਰਤੀ ਟੀਮਾਂ ਨੂੰ ਬਾਹਰਲੇ ਦੇਸ਼ਾਂ 'ਚ ਜਾ ਕੇ ਔਖਾ ਹੋ ਜਾਂਦਾ ਹੈ, ਪੰਜਾਬ ਦੇ ਵਿੱਚ ਵੀ ਪਿਛਲੀ ਵਾਰੀ ਕੇਜਰੀਵਾਲ ਨੂੰ ਔਖਾ ਹੋ ਗਿਆ ਸੀ ਖੇਡਣਾ। ਇਸ ਵਾਰੀ ਉਹ ਪੰਜਾਬ ਦੀ ਜ਼ਮੀਨ ਨੂੰ ਪੰਜਾਬ ਦੇ ਖਿਡਾਰੀਆਂ ਦੇ ਨਾਲ ਅੱਗੇ ਵਧਾਉਣ ਲਈ ਤਿਆਰ ਨੇ। ਵੇਖਣਾ ਇਹ ਹੈ ਕਿ ਦੂਜੀਆਂ ਪਾਰਟੀਆਂ 'ਚੋਂ ਕਿਹੜੇ ਵੱਡੇ ਚਿਹਰੇ ਆਮ ਆਦਮੀ ਪਾਰਟੀ ਦਾ ਸਮਰਥਨ ਕਰਦੇ ਆ। ਅਜੇ ਵੀ ਆਮ ਆਦਮੀ ਪਾਰਟੀ ਨੂੰ ਮਾਝੇ ਔਰ ਦੁਆਬੇ ਦੇ ਵਿੱਚ ਬਹੁਤ ਵੱਡਾ ਸਮਰਥਨ ਹਾਸਲ ਨਹੀਂ, ਲੇਕਿਨ ਮਾਲਵੇ ਦੇ ਵਿੱਚ ਕੁਝ ਇੱਕ ਹੱਦ ਤੱਕ ਸਪੋਰਟ ਸਿਸਟਮ ਬਣਿਆ। ਪਿਛਲੀ ਵਾਰੀ ਵੀ 20 ਦੇ 20 ਲਗਭਗ ਐਮਐਲਏ ਉਧਰੋਂ ਹੀ ਆਏ ਸੀਗੇ। ਇੱਥੋਂ ਸੁਖਪਾਲ ਸਿੰਘ ਖਹਿਰਾ ਸ਼ਾਇਦ ਜਿੱਤੇ ਸੀਗੇ, ਜਾਂ ਇੱਕ ਅੱਧ ਸੀਟ ਹੋਰ ਸੀਗੀ। ਕੰਵਰ ਸੰਧੂ ਵੀ ਜਿਹੜੇ ਸੀ ਉਹ ਚੰਡੀਗੜ੍ਹ ਦੇ ਆਸ-ਪਾਸ ਦੇ ਏਰੀਏ 'ਚ ਆਉਂਦੇ ਸੀਗੇ। ਭਾਸਕਰ ਸਾਹਿਬ,
ਜ਼ਮੀਨ ਇਸ ਵਾਰੀ ਬੜੀ ਸੋਚ ਸਮਝ ਕੇ ਤਿਆਰ ਕੀਤੀ ਜਾ ਰਹੀ ਆ ਕਿ ਇਹ ਨਾ ਹੋਵੇ ਕਿ ਅਸੀਂ ਮੈਦਾਨ ਤਿਆਰ ਕਰਦੇ ਰਹੀਏ ਤੇ ਉੱਤੇ ਚੌਕੇ ਛੱਕੇ ਕੋਈ ਹੋਰ ਜੜ ਜੇ, ਭਾਵੇਂ ਸਿੱਧੂ ਕਿਸੇ ਹੋਰ ਧਿਰ ਵੱਲੋਂ ਹੀ ਜੜ ਜੇ, ਇਹ ਵੀ ਫਿਕਰ ਉਹਨਾਂ ਨੂੰ ਖਾਈ ਜਾਂਦਾ। ਤਾਂ ਹੀ ਸਿੱਖ ਚਿਹਰਾ ਵੀ ਭਾਲਦੇ ਫਿਰਦੇ ਆ। ਤੇ ਲੋਕ ਤਾਂ ਕਹਿੰਦੇ ਆ ਕਿ ਸਿੱਧੂ ਹੁਣ ਇਹ ਨਹੀਂ ਦਿਖਾਉਣਾ ਚਾਹੁੰਦਾ ਕਿ ਮੈਂ ਪਾਰਟੀ ਬਦਲੀ ਆ, ਇਹ ਦਿਖਾਉਣਾ ਚਾਹੁੰਦਾ ਕਿ ਪਾਰਟੀ ਮੈਨੂੰ ਮਜਬੂਰਨ ਛੱਡਣੀ ਪਈ ਕਿਉਂਕਿ ਇਹ ਪੰਜਾਬ ਦੇ ਹਿੱਤ ਵਿੱਚ ਖਲੋਣ ਲਈ ਤਿਆਰ ਨਹੀਂ ਸੀ। ਪੋਲਿਟਿਕਸ ਦੇ ਵਿੱਚ ਹਰ ਪੋਲੀਟੀਸ਼ੀਅਨ ਸ਼ਹੀਦ ਹੋਣਾ ਚਾਹੁੰਦਾ ਹੈ ਸਿਆਸੀ ਤਰੀਕੇ ਨਾਲ। ਉਹ ਸਿਆਸੀ ਤਰੀਕੇ ਦੀ ਸਿਆਸੀ ਮੌਤ ਨਹੀਂ ਮਰਨਾ ਚਾਹੁੰਦਾ। ਔਰ ਇਹੀ ਸਿੱਧੂ ਹੋਣ ਚਾਹੇ ਕੈਪਟਨ ਸਾਹਿਬ ਹੋਣ, ਹਮੇਸ਼ਾ ਹਰ ਇੱਕ ਪੋਲੀਟੀਸ਼ੀਅਨ ਦੀ ਔਰ ਖਾਸ ਕਰਕੇ ਸੀਨੀਅਰ ਪੋਲੀਟੀਸ਼ੀਅਨ ਦੀ ਇਹ ਕੋਸ਼ਿਸ਼ ਹੁੰਦੀ ਹੈ ਕਿ ਮੈਂ ਸ਼ਹੀਦ ਸਿਆਸੀ ਤੌਰ ਤੇ ਹੋਵਾਂ ਔਰ ਲੋਕਾਂ ਨੂੰ ਨਜ਼ਰ ਵੀ ਆਵਾਂ। ਸਿਆਸੀ ਸ਼ਹੀਦ ਦੀ ਕੀਮਤ ਸ਼ਹੀਦ ਹੋਣ ਤੋਂ ਬਾਅਦ, ਜਿੱਦਾਂ ਕਹਿੰਦੇ ਆ ਵੀ 1 ਲੱਖ ਦਾ 1.25 ਲੱਖ ਦਾ, ਤੇ ਉਹ ਚੀਜ਼ ਬਹੁਤ ਜ਼ਰੂਰੀ ਹੈਗੀ ਹੈ ਰਾਜਨੀਤੀ ਦੇ ਵਿੱਚ ਕਿ ਤੁਸੀਂ ਸ਼ਹੀਦ ਹੁੰਦੇ ਹੋਏ ਨਜ਼ਰ ਆਣੇ ਚਾਹੀਦੇ ਹੈ। ਉਹ ਸਿੱਧੂ ਉਹਨਾਂ ਨੇ ਇਹ ਗੱਲ ਕਰ ਰਹੇ ਕਿ ਵੀ ਉਹਨਾਂ ਨੇ ਮੁੱਦੇ ਚੱਕੇ, ਉਹਨਾਂ ਮੁੱਦਿਆਂ ਦੇ ਉੱਤੇ ਕੈਪਟਨ ਸਾਹਿਬ ਨੂੰ ਇੱਕ ਟਾਸਕ ਵੀ ਦਿੱਤਾ ਗਿਆ। ਉਸ ਟਾਸਕ ਨੂੰ ਕੈਪਟਨ ਸਾਹਿਬ ਕਿੰਨੀ ਸ਼ਿੱਦਤ ਨਾਲ ਪੂਰਾ ਕਰਦੇ ਨੇ, ਜਦ ਕਿ ਅਸੀਂ ਇਸ ਪ੍ਰੋਗਰਾਮ ਦੇ ਰਾਹੀਂ ਕਈ ਵਾਰ ਕਹਿ ਚੁੱਕੇ ਹਾਂ ਕਿ ਉਸ ਸਾਰੇ 18 ਪੁਆਇੰਟਸ ਨੂੰ ਕੰਪਲੀਟ ਕਰਨਾ ਉਹ ਬਹੁਤ ਔਖਾ ਹੈ। ਪਹਿਲੇ 2-3 ਸਵਾਲ ਹੀ ਇੰਨੇ ਔਖੇ ਨੇ ਉਹਦੇ ਵਿੱਚ, ਜਿਹਦੇ ਵਿੱਚ ਪੂਰੇ 3 ਘੰਟੇ ਪੇਪਰ ਦੇ ਨਿਕਲ ਜਾਣੇ ਆ। ਔਰ ਇਹਦੇ ਵਿੱਚ ਕੇਜਰੀਵਾਲ ਉਹਨਾਂ ਦਾ ਆਣਾ ਔਰ ਕੇਜਰੀਵਾਲ ਦਾ ਇੱਕ ਨਵਾਂ ਹਵਾ ਰਾਜਨੀਤੀ ਦੇ ਵਿੱਚ ਕੈਪਟਨ ਸਾਹਿਬ ਵਾਸਤੇ ਖੜੇ ਹੋ ਜਾਣਾ, ਇਹ ਉਹਨਾਂ ਨੂੰ ਪਰੇਸ਼ਾਨ ਕਰਨ ਵਾਲੀ ਗੱਲ ਤੇ ਹੈਗੀ ਹੈ। ਪਰ ਚਲੋ ਇਹ ਪਰੇਸ਼ਾਨੀ ਤਾਂ ਹੁਣ ਅਗਲੇ 8 ਮਹੀਨੇ ਦੇ ਵਿੱਚ ਚੱਲੇਗੀ। ਐਰਕਾ ਮਿੱਤਰੋ ਲੜਾਈ ਲੰਬੀ ਹੋ ਗਈ। ਇਹ ਮਿੱਤਰੋ ਸ਼ਬਦ ਨਾ ਮੈਨੂੰ ਲੱਗਦਾ ਕਿ ਮਨ ਕੀ ਬਾਤ ਨਾਲ ਜੁੜਿਆ ਹੋਇਆ ਮੇਰੇ ਵੱਲ ਆਈ ਜਾਂਦਾ ਹੈ ਨਾ। ਸੋ ਮੈਨੂੰ ਇੰਝ ਲੱਗਦਾ ਹੈ ਕਿ 8 ਮਹੀਨੇ ਲੰਬੀ ਲੜਾਈ, ਥੱਕ ਜਾਣਾ ਇਹਨਾਂ ਨੇ, ਜਿਹੜੇ ਬਹੁਤੇ ਭਲਵਾਨ ਨੇ ਨਾ ਥਾਪੀਆਂ ਮਾਰਦੇ ਫਿਰਦੇ, ਇਹ ਬਹੁਤ ਹੀ ਛੇਤੀ ਲੜਾਈ ਵਿੱਢ ਕੇ ਬਹਿ ਗਏ। ਇੰਨੀ ਲੰਬੀ ਲੜਾਈ ਲੜੀ ਨਹੀਂ ਜਾਂਦੀ ਹੁੰਦੀ, ਸਿਆਸਤ ਵਿੱਚ ਖਰਚੇ ਬੜਿਆ। ਇਹ ਕੁੰਡਾ ਕਰਾਉਣਗੇ ਪੰਜਾਬੀਆਂ ਦਾ, NRIs ਵੀ ਬਚ ਬਚਾ ਕੇ ਚੱਲਣ, ਬੜੇ ਪਲੋਸਣ ਵਾਲੇ ਆਉਣਗੇ, ਪੈਸੇ ਬਹੁਤੇ ਨਾ ਖਰਚਿਓ, ਪੰਜਾਬ ਅੱਗੇ ਡੁੱਬਿਆ ਪਿਆ, ਜੇਬਾਂ 'ਚ ਰੱਖੋ, ਲੋੜ ਵੇਲੇ ਆਪਣੇ ਬੱਚਿਆਂ ਦੇ ਕੰਮ ਆਉਣਗੇ, ਸਿਆਸਤਦਾਨਾਂ ਨੂੰ ਪੈਸੇ ਨਾ ਦਿਆ ਕਰੋ। ਬਹੁਤ ਮਿਹਰਬਾਨੀ, ਧੰਨਵਾਦ।